ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗਾਂ ਵਾਲੀ ਹੋ ਜੋ ਇਸ ਸਮੇਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹੋ ਕਰਕੇ ਆਪਣੇ ਜੀਵਨ ਦੇ ਅਮੋਲਕ ਸਵਾਸਾਂ ਕਰਮਾਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਆਓ ਸਹਿਜ ਪਾਠ ਪਾਵਨ ਬਾਣੀ ਦੀ ਵਿਚਾਰ ਆਰੰਭ ਕਰਨੀ ਕਰੀਏ। ਪਾਵਨ ਅੰਕ 47 ਦੇ ਉੱਤੋਂ 85 ਨੰਬਰ ਜਿਹੜਾ ਸ਼ਬਦ ਹੈ ਉਹ ਆਰੰਭਤਾ ਦੇ ਅਧੀਨ ਹੈ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਪੰਜਵਾਂ। ਮੇਰਾ ਤਨ ਅਰ ਧਨ ਮੇਰਾ, ਰਾਜ ਰੂਪ ਮੈਂ ਦੇਸ਼। ਦੇਸ਼ ਇੱਥੇ ਸ਼ਬਦ ਸਤਿਗੁਰੂ ਜੀ ਨੇ ਅਰ ਵਰਤਿਆ ਹੈ। ਆਪਾਂ ਪਹਿਲਾਂ ਵੀ ਇਸ ਸ਼ਬਦ ਦੀ ਵਿਚਾਰ ਕੀਤੀ ਹੈ। ਐੜਾ ਰਾਰੇ ਨੂੰ ਔਂਕੜ ਅਤੇ ਐੜਾ ਰਾਰੇ ਨੂੰ ਸਿਆਰੀ, ਦੋ ਤਰ੍ਹਾਂ ਦੇ ਨਾਲ ਇਹ ਸ਼ਬਦ ਸਤਿਗੁਰੂ ਜੀ ਨੇ ਪਾਵਨ ਬਾਣੀ ਅੰਦਰ ਵਰਤਿਆ ਹੈ। ਜਦੋਂ ਵੀ ਐੜਾ ਰਾਰੇ ਨੂੰ ਔਂਕੜ ਆਏਗਾ ਉਹਦਾ ਅਰਥ ਹੋਏਗਾ ਅਤੇ ਜਦੋਂ ਐੜਾ ਰਾਰੇ ਨੂੰ ਸਿਹਾਰੀ ਆਏਗਾ ਉਦੋਂ ਅਰਥ ਵੈਰੀ, ਦੁਸ਼ਮਣ, ਵੈਰੀ ਹੋਏਗਾ। ਉਚਾਰਨ ਦੋਵਾਂ ਦਾ ਇੱਕੋ ਹੈ, ਪਰ ਅਰਥ ਹੈ ਜਿਹੜਾ ਉਹ ਇਸ ਮਾਤਰਾ ਨੂੰ ਵੇਖ ਕਰਕੇ ਜਾਂ ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਵਰਤਿਆ ਹੈ ਉਹ ਇਸੇ ਤਰੀਕੇ ਦੇ ਨਾਲ ਅਰਥ ਇਸ ਸ਼ਬਦ ਦੇ ਬਦਲ ਜਾਣਗੇ। ਉਚਾਰਨ ਇੱਕੋ ਹੀ ਰਹੇਗਾ, ਅਰ ਹੀ ਹੋਏਗਾ ਉੱਥੇ ਵੀ, ਪਰ ਜਦੋਂ ਸਿਹਾਰੀ ਲੱਗੀ ਹੋਏਗੀ ਉਦੋਂ ਅਰਥ ਵੈਰੀ ਹੋਵੇਗਾ ਅਤੇ ਜਦੋਂ ਔਂਕੜ ਹੋਏਗਾ ਉਦੋਂ ਅਰਥ ਅਤੇ ਹੋਏਗਾ। ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਸ੍ਰੀ ਰਾਗ ਦੇ ਅੰਦਰ ਇੱਥੇ ਸਮਝਾਉਣ ਦਾ ਯਤਨ ਕਰ ਰਹੇ ਹਨ। ਮੇਰਾ ਤਨ ਅਰ ਧਨ ਮੇਰਾ, ਰਾਜ ਰੂਪ ਮੈਂ ਦੇਸ਼। ਪਾਤਸ਼ਾਹ ਜੀ ਆਖਣ ਲੱਗੇ ਕਿ ਮਨੁੱਖ ਮਾਨ ਕਾਹਦਾ ਕਰਦਾ ਹੈ, ਕਾਹਦਾ ਮਾਨ ਕਰ ਰਿਹਾ ਹੈ ਕਿ ਇਹ ਸਰੀਰ ਮੇਰਾ ਹੈ, ਇਹ ਰਾਜ ਮੇਰਾ ਹੈ, ਇਹ ਦੇਸ਼ ਮੇਰਾ ਹੈ, ਮੈਂ ਰੂਪ ਵਾਲਾ, ਇਹ ਧਨ ਮੇਰਾ ਹੈ। ਪਦਾਰਥਾਂ ਦਾ ਮਾਣ ਕਰਨਾ ਕਿ ਤੂੰ ਮੇਰਾ ਮੇਰਾ ਕਹਿਣਾ ਕਿ ਸਭ ਕੁਝ ਜਿਹੜਾ ਉਹ ਮੇਰਾ ਹੈ। ਸੁਤ ਦਾਰਾ ਬਨਿਤਾ ਅਨੇਕ, ਬਹੁਤ ਰੰਗ ਅਰ ਵੇਸ। ਪਾਤਸ਼ਾਹ ਜੀ ਹੁਣ ਆਖਣ ਲੱਗੇ ਸੁਤ ਬਹੁ ਵਚਨ ਹੈ, ਭਾਵ ਤੇਰੇ ਪੁੱਤਰ ਬਹੁਤ ਨੇ, ਭਾਵ ਤੇਰੀ ਸੰਤਾਨ ਬਹੁਤ ਵੱਡੀ ਹੈ, ਬਹੁਤ ਤੇਰੇ ਬੱਚੇ ਹੋਣ। ਦਾਰਾ ਬਨਿਤਾ, ਪਾਤਸ਼ਾਹ ਜੀ ਆਖਣ ਲੱਗੇ ਕਿ ਰੂਪ ਵਾਲਾ ਹੈ, ਤੇਰੇ ਪੁੱਤਰ ਹਨ। ਤੂੰ ਆਖਦਾ ਕਿ ਮੇਰੇ ਪੁੱਤਰ ਹਨ, ਮੇਰੀ ਸੰਤਾਨ ਹੈ, ਮੇਰੀਆਂ ਇਸਤਰੀਆਂ ਹਨ। ਦਾਰਾ ਤੋਂ ਭਾਵ ਇਸਤਰੀਆਂ, ਅਤੇ ਮੈਨੂੰ ਬੜੀਆਂ ਮੌਜਾਂ ਨੇ, ਬਹੁਤ ਰੰਗ ਹੈ, ਪਰ ਮੇਰੇ ਪਾਸ ਕਈ ਪੁਸ਼ਾਕਾਂ ਵੀ ਨਹੀਂ। ਭਾਵ ਕਿ ਤੂੰ ਕੱਪੜੇ ਦਾ ਵੀ ਬੜਾ ਮਾਣ ਕਰਦਾ ਕਿ ਮੇਰੇ ਕੋਲ ਬਹੁਤ ਤਰ੍ਹਾਂ ਦੇ ਜਿਹੜਾ ਹੈ ਮਹਿੰਗੇ ਤੋਂ ਮਹਿੰਗਾ ਲਿਬਾਸ ਵੀ ਹੈ, ਪੁਸ਼ਾਕ ਵੀ ਹੈ। ਤੇ ਸਤਿਗੁਰੂ ਜੀ ਹੁਣ ਫਿਰ ਅੱਗੇ ਆਖਦੇ ਹਨ ਬਹੁਤ ਰੰਗ ਅਰ ਵੇਸ। ਹਰ ਨਾਮ ਹਿਰਦੈ ਨਾ ਵਸੋਈ, ਕਾਰਜ ਕਿਤੈ ਨਾ ਲੇਖ। ਹੁਣ ਦੇਖੋ ਪਿੱਛੇ ਸਤਿਗੁਰੂ ਜੀ ਨੇ ਇਹ ਸਾਰੀਆਂ ਚੀਜ਼ਾਂ ਗਿਣਾ ਦਿੱਤੀਆਂ
ਸਰੀਰ ਦੀ ਵੀ ਗੱਲ ਕੀਤੀ ਹੈ, ਪੁਸ਼ਾਕਾਂ ਦੀ ਵੀ, ਧਨ ਪਦਾਰਥਾਂ ਦੀ ਵੀ, ਹੋਰ ਵੀ ਸਾਰੀਆਂ, ਸੰਤਾਨ ਪਰਿਵਾਰ ਦੀ ਵੀ ਗੱਲ ਕਰਕੇ ਹੁਣ ਪਾਤਸ਼ਾਹ ਜੀ ਆਖਦੇ ਹਨ ਕਿ ਹਰ ਨਾਮ ਹਿਰਦੈ ਨਾ ਵਸੈ। ਜੇਕਰ ਉਸ ਮਾਲਕ ਦਾ ਨਾਮ ਇਹਨਾਂ ਪਦਾਰਥਾਂ ਦੇ ਹੋਣ ਕਰਕੇ ਤੇਰੇ ਹਿਰਦੇ ਦੇ ਵਿੱਚ ਨਹੀਂ ਵਸਦਾ, ਨਹੀਂ ਉਸ ਮਾਲਕ ਨੂੰ ਤੂੰ ਚੇਤੇ ਕਰਦਾ, ਉਹਦੀ ਯਾਦ ਤੇਰੇ ਹਿਰਦੇ ਵਿੱਚ ਨਹੀਂ ਹੈ, ਕਾਰਜ ਕਿਤੈ ਨਾ ਲੇਖ, ਤਾਂ ਇਹ ਪਦਾਰਥ ਨੇ ਜਿਹੜੇ ਸਾਰੇ ਉੱਤੇ ਜਿਨ੍ਹਾਂ ਦਾ ਤੂੰ ਮਾਣ ਕਰਦਾ ਹੈ ਕਿ ਮੇਰਾ ਰਾਜ ਹੈ, ਮੇਰਾ ਤਨ ਹੈ, ਮੇਰਾ ਸਰੀਰ ਹੈ, ਮੇਰੀ ਸੰਤਾਨ ਹੈ, ਮੇਰੇ ਪਾਸ ਹੋਰ ਬਹੁਤ ਕੁਝ ਹੈ, ਧਨ ਪਦਾਰਥ ਹੈ, ਆਖਣ ਲੱਗੇ ਇਹਨਾਂ ਦਾ ਜਿਨ੍ਹਾਂ ਦਾ ਮਾਣ ਕਰਦਾ ਹੈ ਨਾ, ਇਹ ਕਿਸੇ ਵੀ ਕੰਮ ਨਹੀਂ। ਇਹ ਸਮਝ ਕੇ ਇਹ ਕਿਸੇ ਵੀ ਕੰਮ ਨਹੀਂ, ਕਿਸੇ ਕੰਮ ਨਹੀਂ ਇਹਨਾਂ ਨੇ ਆਉਣਾ। ਤੇਰਾ ਧਨ ਪਦਾਰਥ ਵੀ ਇੱਥੇ ਰਹਿ ਜਾਣਾ, ਤੇਰਾ ਪਰਿਵਾਰ ਵੀ ਇੱਥੇ ਰਹਿ ਜਾਣਾ, ਤੇਰਾ ਇੱਥੋਂ ਤੱਕ ਜਿਹੜੇ ਸੋਹਣੇ ਤਨ ਦਾ, ਸੋਹਣੇ ਸਰੀਰ ਦਾ ਤੂੰ ਮਾਣ ਕਰਦਾ ਹੈ ਨਾ ਕਿ ਮੈਂ ਬੜਾ ਸੋਹਣਾ ਹੈ, ਆਖਣ ਲੱਗੇ ਉਹ ਵੀ ਇੱਥੇ ਹੀ ਰਹਿ ਜਾਣਾ, ਉਹਨੇ ਨਾਲ ਨਹੀਂ ਜਾਣਾ। ਉਹ ਵੀ ਇੱਥੇ ਹੀ ਅੱਗ ਦੇ ਵਿੱਚ ਕਿਤੇ ਫੂਕ ਦਿੱਤਾ ਜਾਏਗਾ ਜਾਂ ਪਾਣੀ ਵਿੱਚ ਸੁੱਟ ਦਿੱਤਾ ਜਾਏਗਾ। ਜੇ ਕਿਸੇ ਦੇ ਨਾ ਹੱਥ ਆਇਆ ਤੇ ਤੈਨੂੰ ਜਾਨਵਰਾਂ ਨੇ ਖਾ ਜਾਣਾ। ਕਾਹਦਾ ਮਾਣ ਕਰਦਾ ਇਸ ਚੀਜ਼ ਦਾ? ਜਿੰਨਾ ਮਰਜ਼ੀ ਸੋਹਣਾ ਸਰੀਰ ਹੋਏ, ਇੱਕ ਦਿਨ ਤੋਂ ਵੱਧ ਨਹੀਂ ਕੱਢਦਾ, ਉਸੇ ਵੇਲੇ ਮੁਸ਼ਕ ਮਾਰਨ ਲੱਗ ਜਾਂਦਾ। ਕਾਹਦਾ ਮਾਣ ਕਰਦਾ ਇਹਦੇ ਉੱਤੇ? ਇਸੇ ਕਰਕੇ ਪਾਤਸ਼ਾਹ ਜੀ ਆਖਦੇ ਨੇ ਕਿ ਇਹ ਕਿਸੇ ਵੀ ਕੰਮ ਨਹੀਂ ਹੈ, ਇਹਨਾਂ ਦੇ ਉੱਤੇ ਮਾਣ ਨਾ ਕਰ, ਇਹਨਾਂ ਨੇ ਤੇਰੇ ਨਾਲ ਨਹੀਂ ਨਿਭਣਾ ਹੈ। ਮੇਰੇ ਮਨ ਹਰ ਹਰ ਨਾਮ ਧਿਆਏ, ਕਿ ਹੇ ਮੇਰੇ ਮਨ ਸਦਾ ਪ੍ਰਮਾਤਮਾ ਦਾ ਨਾਮ ਧਿਆ, ਸਦਾ ਉਹਦੇ ਨਾਲ ਜੁੜ, ਸਦਾ ਉਹਨੂੰ ਹੀ ਸਿਮਰਨਾ ਕਰ। ਕਰ ਸੰਗਤ ਨਿਤ ਸਾਧਕੀ, ਗੁਰ ਚਰਣੀ ਚਿਤ ਲਾਏ ਰਹਾਉ। ਇੱਥੇ ਸਾਧ ਦਾ ਕੀ ਅਰਥ ਹੈ ਜੀ? ਸਾਧ ਦਾ ਕੀ ਅਰਥ ਹੈ ਜੀ? ਸਾਧ ਗੁਰੂ। ਆਪਾਂ ਪਹਿਲਾਂ ਵੀ ਕਈ ਵਾਰ ਵਿਚਾਰ ਕਰ ਚੁੱਕੇ ਹਾਂ। ਸਾਧੂ, ਸਾਧ ਅਤੇ ਬਹੁਤ ਥਾਵਾਂ ਤੇ ਸੰਤ ਸ਼ਬਦ ਹੈ, ਉਹ ਗੁਰੂ ਲਈ ਵਰਤਿਆ ਗਿਆ ਹੈ ਗੁਰਬਾਣੀ ਦੇ ਅੰਦਰ, ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਵਰਤਿਆ ਗਿਆ। ਪਾਤਸ਼ਾਹ ਜੀ ਆਖਣ ਲੱਗੇ ਕਰ ਸੰਗਤ ਨਿਤ ਸਾਧਕੀ, ਨਿਤ ਤੋਂ ਭਾਵ ਨਿਤਾ ਪ੍ਰਤੀ, ਹਰ ਰੋਜ਼, ਕਿ ਗੁਰੂ ਦੀ ਸੰਗਤ ਕਰ, ਭਾਵ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰ, ਗੁਰੂ ਦੇ ਚਰਨਾਂ ਨਾਲ ਜੁੜ, ਜੋ ਗੁਰੂ ਆਖਦਾ ਹੈ ਉਹਨੂੰ ਜੀਵਨ ਵਿੱਚ ਕਮਾ, ਗੁਰ ਚਰਨੀ ਚਿੱਤ ਲਾਏ, ਅਤੇ ਸਦਾ ਗੁਰੂ ਦੇ ਚਰਨਾਂ ਵਿੱਚ ਆਪਣਾ ਜਿਹੜਾ ਚਿੱਤ ਹੈ ਉਹ ਜੋੜ। ਗੁਰ ਚਰਨੀ ਚਿੱਤ ਲਾਏ, ਗੁਰੂ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜ, ਭਾਵ ਆਪਣਾ ਧਿਆਨ ਲਾ ਕਿ ਗੁਰੂ ਮੈਨੂੰ ਮੇਰੇ ਜੀਵਨ ਦੇ ਲਈ ਕਿਸ ਤਰ੍ਹਾਂ ਦੀ ਸਿੱਖਿਆ ਬਖਸ਼ ਰਿਹਾ ਹੈ, ਕਿਵੇਂ ਉਹਨੇ ਮੇਰੇ ਜੀਵਨ ਦੀ ਘਾੜਤ ਕਰਕੇ ਮੈਨੂੰ ਮੇਰੀ ਮੰਜ਼ਿਲ ਦੇ ਉੱਤੇ ਪਹੁੰਚਾਉਣਾ ਹੈ। ਇਸ ਕਰਕੇ ਇਹ ਪਹਿਲਾ ਬੰਦ ਜੋ ਸਤਿਗੁਰੂ ਜੀ ਨੇ ਬਖਸ਼ਿਆ ਹੈ ਕਿ ਇਹਨਾਂ ਚੀਜ਼ਾਂ ਦਾ ਮਾਣ ਨਾ ਕਰ। ਗੁਰੂ ਕਦੇ ਨਹੀਂ ਆਖਦਾ ਕਿ ਇਹ ਮੈਂ ਕਰ, ਇਹਦੇ ਹਉਮੈ ਦੇ ਉੱਤੇ ਟਿਕਿਆ ਰਹੇ, ਮੇਰਾ ਆ, ਮੈਂ ਆ, ਮੇਰਾ ਆ, ਇਹ ਨਾ ਕਰਦਾ ਰਹੇ, ਇਹ ਸਭ ਇੱਥੇ ਹੀ ਰਹਿ ਜਾਣਾ। ਇਸ ਕਰਕੇ ਗੁਰੂ ਦੀ ਸੰਗਤ ਵਿੱਚ ਆ, ਗੁਰੂ ਦੇ ਕੋਲੇ ਆ ਕਰਕੇ ਜੁੜਨਾ ਕਰ। ਜਿਹੜੀਆਂ ਵੀ ਸੰਗਤਾਂ ਹੋਰ ਪੋਥੀ ਸਾਹਿਬ ਤੋਂ ਜਿਹੜਾ ਹੈ ਪਾਠ ਕਰਨਾ ਚਾਹੁੰਦੀਆਂ ਹਨ, ਉਹ ਪੋਥੀਆਂ ਲੈ ਸਕਦੀਆਂ ਹਨ। ਜੇ ਇੱਥੇ ਨਹੀਂ ਹਨ ਤਾਂ ਪਿੱਛੋਂ ਲੈ ਸਕਦੀਆਂ ਹਨ। ਨਾਮ ਨਿਧਾਨ ਧਿਆਈਐ, ਮਸਤਕ ਹੋਵੇ ਭਾਗ, ਪਾਤਸ਼ਾਹ ਜੀ ਆਖਣ ਲੱਗੇ ਪ੍ਰਮਾਤਮਾ ਦਾ ਨਾਮ ਜੋ ਸਭ ਪਦਾਰਥਾਂ ਦਾ ਜਿਹੜਾ ਉਹ ਖਜ਼ਾਨਾ ਹੈ, ਉਹਨੂੰ ਹੀ ਧਿਆਉਣਾ ਚਾਹੀਦਾ ਹੈ, ਉਹਨੂੰ ਸਿਮਰਨਾ ਚਾਹੀਦਾ, ਕਿਉਂਕਿ ਸਾਰੇ ਪਦਾਰਥ ਉਹਦੇ ਨਾਮ ਵਿੱਚ ਹੀ ਆ ਜਾਂਦੇ ਆ। ਸਭ ਤੋਂ ਵੱਡਾ ਅਤੇ ਬੇਅੰਤ ਉਹਦਾ ਨਾਮ ਹੈ। ਪਰ ਸਤਿਗੁਰੂ ਜੀ ਆਖਣ ਲੱਗੇ ਮਸਤਕ ਹੋਵੇ ਭਾਗ, ਭਾਵ ਕਿ ਉਹੀ ਮਨੁੱਖ ਜਿਹੜਾ ਹੈ ਧਿਆ ਸਕਦਾ ਹੈ ਜਿਸ ਦੇ ਮੱਥੇ ਉੱਤੇ ਚੰਗੀ ਕਿਸਮਤ ਹੈ ਜਾਂ ਚੰਗੇ ਭਾਗ ਜਿਹੜੇ ਉਗੜ ਪੈਣ। ਉਹ ਸਹਿਜੇ ਹੀ ਹੈ ਕਿ ਜਿਹਦੇ ਕੋਲ ਚੰਗੀ ਸਿੱਖਿਆ ਹੋਏਗੀ, ਚੰਗੇ ਭਾਗ ਵੀ ਉਹਦੇ ਹੋਣਗੇ। ਜਿਹੜਾ ਚੰਗੇ ਕਰਮ ਕਰਦਾ ਹੈ ਉਹਦੇ ਹੀ ਚੰਗੇ ਭਾਗ ਹੋਣਗੇ।
ਜੇ ਹੁਣ ਜੀਵਨ ਦੇ ਵਿੱਚ ਆਪਾਂ ਦੇਖ ਲਈਏ ਕਿ ਜਿਸ ਘਰ ਦੇ ਅੰਦਰ, ਜਿਸ ਪਰਿਵਾਰ ਦੇ ਅੰਦਰ ਨਸ਼ਾ ਹੋਏਗਾ ਨਾ, ਬਹੁਤੀ ਵਾਰ ਬੱਚੇ ਵੀ ਉਸ ਦੇ ਅਧੀਨ ਹੀ ਹੋਣਗੇ। ਕਹਿਣ ਤੋਂ ਭਾਵ ਹੈ ਕਿ ਮਾਂ ਪਿਓ ਜੋ ਉਹਦੇ ਕਰਮਾਂ ਦੀ ਘਾੜਤ ਘੜਦੇ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਉਸ ਬੱਚੇ ਦੇ ਵੀ ਕਰਮ ਬਣ ਜਾਂਦੇ ਆ। ਪਰ ਜੇਕਰ ਉਸ ਨੂੰ ਸਮਝ ਪੈ ਜਾਏ, ਜੇ ਮਾਂ ਪਿਓ ਹੈ ਇੱਕ, ਉਹ ਆਪਣੇ ਬੱਚੇ ਨੂੰ ਚੰਗੇ ਪਾਸੇ ਲਾ ਦਏ, ਤੇ ਸਹਿਜੇ ਹੈ ਕਿ ਉਹਦੇ ਮਸਤਕ ਦੇ ਭਾਗ ਚੰਗੇ ਹੋ ਜਾਣਗੇ। ਦੋਵੇਂ ਗੱਲਾਂ ਨੇ ਨਾ, ਕਿ ਕਈ ਵਾਰੀ ਕੋਈ ਸਮਝਣ ਦਾ ਯਤਨ ਨਹੀਂ ਕਰਦਾ ਕਿ ਦੋ ਪੁੱਤਰ ਹੋਣ, ਇੱਕ ਹੈ ਜਿਹੜਾ ਉਹ ਮਾਂ ਪਿਓ ਦੇ ਕਹਿਣੇ ਵਿੱਚ ਹੋਏ ਤੇ ਦੂਜਾ ਨਾ ਹੋਏ। ਸਹਿਜੇ ਹੀ ਹੈ ਕਿ ਜਿਹੜਾ ਕਹਿਣੇ ਵਿੱਚ ਹੋਏਗਾ ਉਹਦੇ ਭਾਗ ਆਪਣੇ ਆਪ ਚੰਗੇ ਹੋਣਗੇ, ਕਿਉਂਕਿ ਮਾਂ ਪਿਓ ਕਦੇ ਵੀ ਆਪਣੀ ਔਲਾਦ ਦਾ ਬੁਰਾ ਨਹੀਂ ਸੋਚਦਾ, ਉਹ ਹਮੇਸ਼ਾ ਚੰਗਾ ਹੀ ਸੋਚਦਾ। ਪਰ ਜਿਹੜਾ ਕਹਿਣੇ ਵਿੱਚ ਨਹੀਂ ਹੁੰਦਾ, ਉਹ ਫਿਰ ਆਪਣੇ ਮਾਂ ਪਿਓ ਦੀ ਅਤੇ ਗੁਰੂ ਦੀ ਸਿੱਖਿਆ ਤੋਂ ਬਿਨਾਂ ਮਾੜਾ ਰਸਤਾ ਫੜ ਲੈਂਦਾ ਹੈ। ਇਸ ਕਰਕੇ ਪਾਤਸ਼ਾਹ ਜੀ ਆਖਣ ਲੱਗੇ, ਉਹੀ ਧਿਆ ਸਕਦਾ ਹੈ ਜਿਹਦੇ ਮੱਥੇ ਦੇ ਉੱਤੇ ਚੰਗੀ ਕਿਸਮਤ ਦਾ ਜਿਹੜਾ ਲੇਖ ਹੈ ਉਹ ਉਗੜ ਪਏ। ਕਾਰਜ ਸਭ ਸਵਾਰੀਐ, ਗੁਰ ਕੀ ਚਰਣੀ ਲਾਗ। ਗੁਰ ਕੀ ਚਰਣੀ ਲਾਗ, ਕਿ ਸਤਿਗੁਰੂ ਦੇ ਚਰਨਾਂ ਵਿੱਚ ਟਿਕਿਆ ਰਹਿ, ਸਤਿਗੁਰੂ ਦੇ ਦਰ ਦੇ ਨਾਲ ਜੁੜਿਆ ਰਹਿ। ਤੇਰੇ ਸਾਰੇ ਕੰਮ ਜਿਹੜੇ ਨੇ ਉਹ ਸਵਰ ਜਾਣਗੇ, ਉਹ ਪੂਰੇ ਹੋ ਜਾਣਗੇ, ਸਿਰੇ ਚੜ ਜਾਣਗੇ। ਇਹ ਗੁਰੂ ਇਤਨਾ ਸਮਰੱਥ ਹੈ ਕਿ ਜਿਹੜਾ ਵੀ ਧਰ ਜੀਅਰੇ ਇੱਕ ਟੇਕ ਤੂੰ, ਲਾਹ ਬਿਡਾਨੀ ਆਸ, ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ। ਇਹ ਤਾਕਤ ਗੁਰੂ ਕੋਲ ਵੀ ਹੈ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾ। ਇਸ ਕਰਕੇ ਸਾਰੇ ਕਾਰਜ, ਜਿਹੜੀ ਵੀ ਤੇਰੀ ਅਰਦਾਸ ਬੇਨਤੀ ਇੱਛਾ ਹੈ, ਉਹ ਜਦੋਂ ਤੂੰ ਸ਼ਰਧਾ ਧਾਰ ਕੇ ਗੁਰੂ ਤੇ ਆਏਗਾ ਨਾ, ਕਿ ਅੱਜ ਤੋਂ ਬਾਅਦ ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੁਸੀਂ ਹੋ, ਮੈਂ ਕਿਸੇ ਹੋਰ ਨੂੰ ਜਾਣਦਾ ਹੀ ਨਹੀਂ। ਜਦੋਂ ਸ਼ਰਧਾ ਧਾਰ ਕੇ ਆਏਗਾ ਪੂਰਨ ਤੌਰ ਤੇ, ਇਹ ਨਹੀਂ ਕਿ ਕੁਝ ਕੁ ਸਮੇਂ ਵਾਸਤੇ ਕਿ ਅੱਜ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੁਹਾਨੂੰ ਘੰਟਾ ਕੁ ਦਿੱਤਾ, ਜੇ ਤਾਂ ਅੱਜ ਤੁਸੀਂ ਮੇਰਾ ਕੰਮ ਕਰ ਦਿਓਗੇ ਠੀਕ ਹੈ, ਨਹੀਂ ਤੇ ਫਿਰ ਮੈਂ ਕਿਸੇ ਹੋਰ ਪਾਸੇ ਜਾਵਾਂ। ਇਸ ਤਰ੍ਹਾਂ ਨਹੀਂ, ਕਿਉਂਕਿ ਕਈ ਵਾਰ ਗੁਰੂ ਹੈ ਜਿਹੜਾ ਇਸ ਤਰ੍ਹਾਂ ਆਉਂਦਾ ਹੈ, ਜਿਵੇਂ ਭਾਈ ਮੱਝ ਤੋਂ ਇੱਕ ਵੱਡੀ ਪ੍ਰੀਖਿਆ ਲਈ ਹੈ। ਕਈ ਵਾਰ ਗੁਰੂ ਪ੍ਰੀਖਿਆ ਵੀ ਲੈਂਦਾ ਕਿ ਵੇਨੇ ਕਿ ਟਿਕਦਾ ਹੈ ਕਿ ਨਹੀਂ ਹੈ, ਕਿ ਟਿਕਦਾ ਕਿ ਨਹੀਂ ਟਿਕਦਾ, ਦੇਖ ਤਾਂ ਲਈਏ। ਇਹ ਥੋੜਾ ਕੱਚਾ ਕਿ ਅੱਜ ਦਾ ਸਵਾਰ ਤਾਂ ਬਾਅਦ ਚ ਮੂੰਹ ਹੀ ਨਾ ਵਿਖਾਏ, ਐਸਾ ਨਹੀਂ। ਹਉਮੈ ਰੋਗ ਭ੍ਰਮ ਕੱਟੀਐ, ਨਾ ਆਵੈ ਨਾ ਜਾਗ। ਇਸ ਕਰਕੇ ਫਿਰ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਟਿਕਦਾ ਹੈ, ਭਾਵ ਗੁਰੂ ਤੇ ਸ਼ਰਧਾ ਲਿਆਉਂਦਾ ਹੈ, ਗੁਰੂ ਤੇ ਭਰੋਸਾ ਰੱਖਦਾ ਹੈ, ਗੁਰੂ ਦੇ ਅਨੁਸਾਰ ਹੀ ਜੀਵਨ ਜਿਉਂਦਾ ਹੈ, ਉਸ ਦਾ ਫਿਰ ਹਉਮੈ ਦਾ ਰੋਗ ਕੱਟਿਆ ਜਾਂਦਾ ਹੈ, ਉਹ ਵਿਕਾਰਾਂ ਤੋਂ ਬਚ ਜਾਂਦਾ ਹੈ, ਉਸ ਦੀ ਭਟਕਣਾ ਜਿਹੜੀ ਉਹ ਦੂਰ ਹੋ ਜਾਂਦੀ ਹੈ। ਇੱਥੇ ਸ਼ਬਦ ਸਤਿਗੁਰੂ ਜੀ ਨੇ ਇੱਕ ਵਰਤਿਆ ਹੈ, ਨਾ ਆਵੈ ਨਾ ਜਾਗ। ਇੱਥੇ ਜਾਗ ਦਾ ਅਰਥ ਜਾਗਣਾ ਨਹੀਂ ਹੈ। ਕਿਉਂ? ਇੱਥੇ ਅਸਲ ਦੇ ਵਿੱਚ ਨਾ ਆਵੈ ਨਾ ਜਾਏ ਹੋਣਾ ਸੀ। ਉਹ ਹੁਣ ਜਾਗ ਇਸ ਕਰਕੇ ਹੈ ਕਿਉਂਕਿ ਪਿੱਛੇ ਜਿਹੜੇ ਦੋ ਪੰਕਤੀਆਂ ਵਰਤੀਆਂ ਨੇ, ਉਹਨਾਂ ਦੇ ਮਗਰ ਗੱਗਾ ਆ ਰਿਹਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਇਹਦਾ ਕਾਵ ਤੋਲ ਪੂਰਾ ਕੀਤਾ ਹੈ। ਪਿਛਲੀ ਪਹਿਲੀ ਪੰਕਤੀ ਦੇ ਅੰਦਰ ਹੈ, ਨਾਮ ਨਿਧਾਨ ਧਿਆਈਐ ਮਸਤਕ ਹੋਵੈ ਭਾਗ, ਗੱਗਾ ਆ ਗਿਆ। ਫਿਰ ਦੂਜੇ ਦੇ ਕਾਰਜ ਸਭ ਸਵਾਰੀਐ ਗੁਰ ਕੀ ਚਰਣੀ ਲਾਗ। ਹੁਣ ਇੱਥੇ ਜੇ ਜਾਏ ਸਤਿਗੁਰੂ ਜੀ ਸ਼ਬਦ ਵਰਤੇ ਤੇ ਉਹਦਾ ਕਾਵ ਤੋਲ ਨਹੀਂ ਪੂਰਾ ਹੋਣਾ ਸੀ। ਇਸ ਕਰਕੇ ਸਤਿਗੁਰੂ ਜੀ ਨੇ ਇੱਥੇ ਸ਼ਬਦ ਹੈ ਫਿਰ ਉਹ ਗੱਗਾ ਵਰਤਦਾ, ਜਾਗ, ਭਾਵ ਨਾ ਆਉਂਦਾ ਹੈ ਤੇ ਨਾ ਜਾਂਦਾ ਹੈ। ਇਸ ਕਰਕੇ ਕਿ ਦੇਖੋ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਕਿਤਨੀ ਕੁ ਲੰਬੇਰੀ ਡੂੰਘੀ ਗਿਆਨ ਦੀ ਜਿਹੜੀ ਉਹ ਕਹਿ ਦਈਏ ਕਿੰਨਾ ਕੁ ਗਿਆਨ ਹੋਏਗਾ, ਕਿੰਨੀ ਕੁ ਅਗੰਮੀ ਜਿਹੜੀ ਹੈ ਉਹਨਾਂ ਕੋਲ ਬੇਅੰਤ ਤਾਕਤ ਹੋਏਗੀ ਕਿ ਉਹਨਾਂ ਨੇ ਹਰ ਇਸ ਤਰ੍ਹਾਂ ਕਿੰਨਾ ਕੁ ਸ਼ਬਦਾਂ ਦਾ ਭੰਡਾਰ ਹੈ ਉਹਨਾਂ ਕੋਲ
कि काव तोल भी पूरा कर रहे ने, मात्रावां भी पूरीਆਂ कर रहे ने, अर्थ भी जिहड़ा है वो पंक्ति के अनुसार कर रहे ने, भाव हर एक चीज़ नूं सिद्धांत नूं भी पूरा कर रहे हैं, हर एक चीज़ नूं पूरे ध्यान दे विच है। दुनिया दे विच ऐसा किते नहीं मिलेगा। कोई भी कवि है जो मात्रावां पूरीਆਂ कर लैंदा उहदे कोल शब्द घट जांदे कि इत्थे हुण शब्द वरतिया किहड़ा जाए, ते जे कोई अर्थ पूरा कर ले उहदे कोल शब्द नहीं बनता, कई बार मात्रा नहीं पूरीਆਂ आउंदियां। इस करके पातशाह जी नूं जेकर असीं जदों असीं डूंघी विचार दे नाल देखदे हां ते सानूं समझ पैंदी है कि ऐसी जिहड़ी है काव रचना धन गुरु ग्रंथ साहिब जी दी बाणी दी वो सानूं होर किते नहीं मिलदी। कितनी डूंघाई दे नाल एक एक शब्द नूं तीन तीन तरीकिਆਂ नाल लिख के तिन्हां दे अर्थ वखरे वखरे करदे ने। मिल सकदा किते? इत्थे हुण आपां अर शब्द ही वेखिआ कि जे औंकड़ आ गया उहदा अर्थ अते हो जाना है, ते जे सिहारी आ गई तो वैरी हो जाना है। आम मनुख सोच सकता है जे इत्थे ईड़ी नूं सिहारी कक्के नूं सिहारी आ गया तो इहदा अर्थ कई हो जाना है। सतगुरु जी ने वरतिया है ना, जे ईड़ नूं सिहारी कक्के नूं औंकड़ आउंदा है फिर अर्थ एक हो जाना है। भाव अर्थ जिहड़े ने ईड़ी नूं सिहारी कक्का कल्ला आ गया तां भी अर्थ जिहड़ा है वो बदल जाना। कहण तो भाव है कि पातशाह जी ने बड़ी लंबेरी डूंघाई सोच दे नाल सब कुछ लिखिआ। बहुती वार हुण जिहदे ना समझ विच आए वो फिर आख दिंदा कि नहीं इहनूं छड्ड दिओ, जां ਇਹ मात्रा ऐ उचारण होनी ऐ उचारण। ऐसा नहीं, सतगुरु जी ने किसी कारण करके लिखी हुई, एवें तो नहीं लिख के सतगुरु जी। कोई ਇਹਦਾ अर्थ है ਜਾਂ ਇਹਦੀ कोई मात्रा ਦੀ ਜਿਹੜੀ है गल है तो ਤਾਂ ਹੀ लिखी है। इस करके हर एक मात्रा का हर एक शब्द का जिहड़ा है वो बाकी शब्दों के वांग पूरा व्याकरण है, कोई भी बाहर नहीं है। आपां हुण गिनती भी तो करते हैं ना शब्दों की। हुण सतगुरु जी हुण जदों पहले पातशाह जी के शब्द संपूर्ण होए, दूजे दे भी फिर तीसरे पातशाह जी के भी हो गए, फिर मगर गिनती की सतगुरु जी ने कि 33 पहलियां दे जी, 31 दूसरियां दे हो गए, तीसरे पातशाह जी ते हुण चौथे पातशाह जी दे इन्ने हो गए, गिनती इन्नी हो गई। लिख सकदा कोई? वो तो उत्थे काम नवेड़ देगा अपने अर्गा जे पिछे हो, क्योंकि बस जी आ इन्ने कित्थे हो गए गां फिर अगले दे। ऐसा नहीं, क्यों किन्ना लॉक सिस्टम जिहड़ा है वो लगाया सतगुरु जी ने। असीं सिर्फ मत्था टेक के सार दिंदे कल्ला कि बाणी है। बाणी नूं सांभिआ किवें है कि जे कोई विच गलती करन दा यतन भी करे, कोई मिलावट करन दा यतन भी करे, क्योंकि पुरातन सरूप साडे लगभग वो खुरद-बुरद कर दिते गए, पुराने सरूप सानूं लभदे नहीं। ਉਹ ਜਿਹੜੀਆਂ ਤਾਕਤਾਂ ਨੇ ਸਿੱਖੀ ਨੂੰ ਮਿਟਾਉਣਾ ਚਾਹੁੰਦੀਆਂ ਨੇ ਉਹਨਾਂ ਨੂੰ ਟਿਕਾਣੇ ਲਗਾਇਆ ਹੋਇਆ, ਸਾਡੇ ਪਾਸ ਨਹੀਂ ਹੈ। ਪਰ ਬਾਣੀ ਇੱਕ ਅਜਿਹਾ ਵਿਸ਼ਾ ਹੈ ਕਿ ਉਹਦੇ ਵਿੱਚ ਛੇਤੀ ਕੋਈ ਮਿਲਾਵਟ ਕਰ ਨਹੀਂ ਸਕਦਾ, ਜੇ ਕਰਦਾ ਹੈ ਤੇ ਉਸੇ ਵੇਲੇ ਜਿਹੜੀ ਹੈ ਇੱਥੇ ਗਲਤੀ ਫੜੀ ਜਾਂਦੀ ਹੈ। ਭਾਵੇਂ ਕਿ ਪਰ ਇੱਕ ਗੱਲ ਹੈ, ਗਲਤੀ ਫੜੀ ਉਦੋਂ ਨਹੀਂ ਜਾਂਦੀ ਜਦੋਂ ਸਾਨੂੰ ਪਤਾ ਨਾ ਹੋਵੇ, ਅਸੀਂ ਪੜ੍ਹੀਏ ਨਾ, ਅਸੀਂ ਵਿਚਾਰੀਏ ਨਾ। जे असी रुमाला चुकना ही नहीं, जे असी पढ़ना ही नहीं, विचारना ही नहीं, फिर सानू की पता होएगा, भावें कोई कुछ मर्जी विच लिख जाए। क्योंकि ऐसे बहुत सारे स्वरूप ने जिन्हां दे विच पुरातन तौर ते ही उवें दी लिखाई दे नाल बहुत सारे होर शब्द लिखे हुए ने। दासरे नूं दर्शन करन दा जिहड़ा मौका मिलिया है कई थावां ते जाके कि उत्थे होर होर शब्द विच गुरु ग्रंथ साहिब जी दे स्वरूप दे विच दर्ज कीते होए। पर जे हुण सहिजे पता होएगा सिद्धांत दा, पातशाह जी की पावन बाणी की विचार झट पता लग जाएगा। आओ अगे आपां सरवण करिए। कर संगत तू साध की 68 तीरथ नाओ, इत्थे नाओ उचारण करांगे, नाओ नहीं, इत्थे नहाउण दी गल है। लिखिया ते नाओ है, नाओ, पर इत्थे तीर्थ इशनान की गल हो रही, इस करके इनू भारा करके उचारण करांगे कि इशनान भाव है। पातशाह जी आखन लगे कि हे भाई गुरु की संगत कर, यही तेरे वास्ते 68 तीर्थां का इशनान है। क्योंकि पुरातन समय के अंदर 68 तीर्थां का इशनान है जिहड़ा वो बड़ा महान मन्निया जाता सी, अज भी मन्निया जाता है, पर जिन्हां दा धर्म है उन्हां नूं मुबारक। धन गुरु नानक साहब पातशाह जी दे नाल सहमत नहीं, वो कहंदे इशनान करना है तीर्थ नहावन जाओ
ਤੀਰਥ ਨਾਮ ਹੈ। ਮਾਲਕ ਰੱਬ ਦੇ ਨਾਮ 'ਚ ਇਸ਼ਨਾਨ ਕਰ, ਸਾਧ ਸੰਗਤ ਦੇ ਵਿੱਚ ਜਾ ਕੇ ਆਪਣੇ ਅੰਦਰ ਨੂੰ ਧੋ। ਪਾਣੀ ਨਾਲ ਤੇ ਤੂੰ ਹਰ ਰੋਜ਼ ਸਵੇਰੇ ਸ਼ਾਮ ਇਸ਼ਨਾਨ ਕਰਦਾ, ਉੱਥੇ ਵੀ ਉਹੀ ਹੈ। ਪਰ ਜਿਸ ਦਿਨ ਆਪਣਾ ਅੰਦਰ ਧੋ ਲਏਗਾ ਨਾ, ਉਸ ਦਿਨ ਸਾਰੇ ਜੀਵਨ ਦੇ ਵਿੱਚ ਤੈਨੂੰ ਇਹਨਾਂ 68 ਤੀਰਥਾਂ ਦਾ ਕੀ ਪਤਾ ਨਹੀਂ ਕਿਤਨੇ ਕੁ ਜਿਹੜੇ ਤੀਰਥਾਂ ਦਾ ਇਸ਼ਨਾਨ ਹੈ ਉਹ ਪ੍ਰਾਪਤ ਹੋ ਜਾਏਗਾ। ਭਾਵ ਗੁਰੂ ਦਾ ਸ਼ਬਦ, ਗੁਰੂ ਦੀ ਸੰਗਤ ਇੰਨੀ ਕੁ ਮਹਾਨ ਹੈ। ਜਿਉ ਪ੍ਰਾਨ ਮਨ ਤਨ ਹਰੇ, ਸਾਚਾ ਏ ਸੁਆਓ। ਪਾਤਸ਼ਾਹ ਜੀ ਆਖਣ ਲੱਗੇ, ਗੁਰੂ ਦੀ ਸ਼ਰਨ ਵਿੱਚ ਰਿਹਾ ਜਿੰਦ, ਜਿਉ, ਪ੍ਰਾਣ, ਮਨ, ਸਰੀਰ ਸਭ ਆਤਮਿਕ ਜੀਵਨ ਵਾਲੇ ਹੋ ਜਾਂਦੇ ਨੇ। ਭਾਵ ਇਹ ਸਾਰੇ ਹੀ ਗੁਰੂ ਦੇ ਹੁਕਮ ਅਨੁਸਾਰ ਹੋ ਜਾਂਦੇ ਨੇ, ਸਾਰੇ ਇਹ ਟਿਕ ਜਾਂਦੇ ਨੇ, ਇਹਨਾਂ ਨੂੰ ਭਟਕਣਾ ਜਿਹੜੀ ਹੈ ਉਹ ਨਹੀਂ ਰਹਿੰਦੀ ਹੈ। ਤੇ ਮਨੁੱਖਾ ਜਨਮ ਦਾ ਜਿਹੜਾ ਅਸਲ ਮਨੋਰਥ ਵੀ ਹੈ, ਪਾਤਸ਼ਾਹ ਜੀ ਆਖਣ ਲੱਗੇ, ਸਾਚਾ ਇਹ ਸੁਆਓ। ਮਨੋਰਥ ਵੀ ਹੈ ਜਿਹੜਾ ਉਹ ਵੀ ਇਹੀ ਹੈ। ਸੁਆਓ ਤੋਂ ਭਾਵ ਮਨੋਰਥ। ਐਥੈ ਮਿਲੈ ਵਡਾਈਆਂ, ਦਰਗਾ ਪਾਵੇਂ ਥਾਉ। ਇਸ ਕਰਕੇ ਜਿਹੜੇ ਗੁਰੂ ਦੀ ਸੰਗਤ ਵਿੱਚ ਜੁੜਦੇ ਨੇ, ਗੁਰੂ ਦੇ ਹੁਕਮ ਅਨੁਸਾਰ ਹੀ ਰਹਿੰਦੇ ਨੇ, ਉਹ ਇਸ ਜਗਤ ਵਿੱਚ ਸਭ ਕਿਸਮ ਦੇ ਜਿਹੜੇ ਆਦਰ ਮਾਣ ਫਿਰ ਉਹਨਾਂ ਨੂੰ ਮਿਲਣਗੇ ਅਤੇ ਮਿਲਦੇ ਹਨ। ਪਰਮਾਤਮਾ ਦੀ ਦਰਗਾਹ ਵਿੱਚ ਵੀ ਫਿਰ ਉਹਨਾਂ ਨੂੰ ਥਾਂ ਪ੍ਰਾਪਤ ਹੁੰਦਾ ਹੈ, ਭਾਵ ਮਾਣ ਮਿਲਦਾ ਹੈ। ਕਰੇ ਕਰਾਏ ਆਪ ਪ੍ਰਭ, ਸਭ ਕਿਛ ਤਿਸ ਹੀ ਹਾਥ। ਸਤਿਗੁਰੂ ਜੀ ਆਖਣ ਲੱਗੇ, ਜੀਵਾਂ ਦੇ ਵੱਸ ਵਿੱਚ ਕੁਝ ਨਹੀਂ ਹੈ ਕਿ ਜੀਵ ਚਾਹੇ ਕਿ ਮੈਂ ਆਹ ਕਰ ਲਵਾਂ, ਮੈਂ ਆਹ ਕਰ ਲਵਾਂ, ਐਸਾ ਨਹੀਂ ਹੋ ਸਕਦਾ। ਹਾਂ, ਕੁਛ ਕੁ ਬੁੱਧੀ ਦੇ ਅਨੁਸਾਰ ਉਹ ਜ਼ਰੂਰ ਆਪਣਾ ਕਰ ਸਕਦਾ ਹੈ, ਮਾਇਆ ਦੇ ਅਧੀਨ ਹੋ ਕਰਕੇ, ਪਰ ਉਹ ਰੱਬ ਦੇ ਹੁਕਮ ਨੂੰ ਕਦੇ ਨਹੀਂ ਬਦਲ ਸਕਦਾ। ਜੇ ਉਹ ਚਾਹੇ ਕਿ ਆਕਸੀਜਨ ਦੀ ਜਗ੍ਹਾ ਤੇ ਮੈਂ ਕਾਰਬਨ ਡਾਈਆਕਸਾਈਡ ਗੈਸ ਲਵਾਂ ਤੇ ਆਕਸੀਜਨ ਛੱਡਾਂ, ਐਸਾ ਤਾਂ ਨਹੀਂ ਹੋ ਸਕਦਾ। ਜੇ ਉਹ ਆਖੇ ਕਿ ਪਾਣੀ ਅੱਜ ਤੋਂ ਬਾਅਦ ਪੀਣ ਦੀ ਲੋੜ ਹੀ ਨਹੀਂ, ਮੈਂ ਇੱਕ ਨਵੀਂ ਚੀਜ਼ ਤਿਆਰ ਕਰ ਰਿਹਾ ਹਾਂ, ਉਹ ਪੀਓ ਤੇ ਪਾਣੀ ਪੀਣ ਦੀ ਲੋੜ ਨਹੀਂ। ਇਹ ਤੇ ਹੈ ਕਿ ਪਾਣੀ ਪੀਤੇ ਬਿਨਾਂ ਤੇ ਸਰਨਾ ਹੀ ਨਹੀਂ, ਭਾਵੇਂ ਸਪੇਸ ਵਿੱਚ ਚਲੇ ਜਾਓ ਤੇ ਭਾਵੇਂ ਚੰਦ ਤੇ ਚਲੇ ਜਾਓ। ਔਰ ਜੇ ਕੋਈ ਆਖਦਾ ਕਿ ਮੈਂ ਜੰਮ ਪਿਆ, ਅੱਜ ਤੋਂ ਬਾਅਦ ਮੈਂ ਮਰਨਾ ਹੀ ਨਹੀਂ, ਮੈਂ ਕੋਈ ਐਸਾ ਤਰੀਕਾ ਲੱਭ ਲਿਆ ਕਿ ਹੁਕਮ ਮੋੜ ਸਕਦੇ। ਭਾਵ ਜੋ ਉਹਦੇ ਅਟਲ ਨਿਯਮ ਨੇ ਉਹਨਾਂ ਨੂੰ ਕੋਈ ਬਦਲ ਨਹੀਂ ਸਕਦਾ। ਜੋ ਉਹ ਮਾਲਕ ਕਰਦਾ ਹੈ ਉਹ ਆਪ ਮਾਲਕ ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਅਤੇ ਆਪ ਹੀ ਜੀਵਾਂ ਪਾਸੋਂ ਕਰਾਉਂਦਾ ਹੈ। ਕਿ ਉਹ ਆਪ ਹੀ ਜਿਹੜਾ ਹੈ ਦੁਨੀਆ ਦੇ ਕਾਰਜ ਜਿਹੜਾ ਹੈ ਕਿ ਹਰੇਕ ਖੇਡ ਉਸ ਪ੍ਰਭੂ ਦੇ ਆਪਣੇ ਹੀ ਹੱਥ ਵਿੱਚ ਹੈ, ਆਪਣੇ ਹੀ ਉਹਦੇ ਵਸ ਦੇ ਵਿੱਚ ਹੈ। ਮਾਰ ਆਪੇ ਜੀਵਾਲ ਦਾ, ਅੰਤਰ ਬਾਹਰ ਸਾਥ। ਉਹ ਮਾਲਕ ਆਪ ਹੀ ਜੀਵਾਂ ਨੂੰ ਜਿਹੜੀ ਆਤਮਿਕ ਮੌਤੇ ਮਾਰਦਾ ਹੈ, ਆਪ ਹੀ ਆਤਮਿਕ ਜੀਵਨ ਦਿੰਦਾ ਹੈ ਤੇ ਜੀਵਾਂ ਦੇ ਅੰਦਰ ਬਾਹਰ ਹਰ ਥਾਂ ਤੇ ਉਹਨਾਂ ਦੇ ਨਾਲ ਰਹਿੰਦਾ ਹੈ। ਹੁਣ ਐਸਾ ਲੱਗੇਗਾ ਕਿ ਮਾਲਕ ਆਪ ਹੀ ਆਤਮਿਕ ਮੌਤੇ ਮਾਰਦਾ ਹੈ। ਇਹਦਾ ਭਾਵ ਹੈ ਕਿ ਜਿਹੜੇ ਜੀਵ ਉਹਦੇ ਹੁਕਮ ਵਿੱਚ ਨਹੀਂ ਹੁੰਦੇ, ਉਹ ਫਿਰ ਆਤਮਿਕ ਮੌਤ ਉਹਨਾਂ ਦੇ ਲਈ ਪੱਕੀ ਹੈ। ਨਿਯਮ ਹੈ ਕਿ ਜਿਹੜੇ ਉਹਦੇ ਹੁਕਮ ਵਿੱਚ ਨਹੀਂ ਚੱਲਦੇ ਉਹਨਾਂ ਦੀ ਆਤਮਿਕ ਮੌਤ ਹੋਣੀ ਹੋਣੀ ਹੈ, ਪੱਕਾ ਹੈ। ਇਹਦਾ ਇੱਥੇ ਇਹ ਮਤਲਬ ਨਹੀਂ ਕਿ ਸਰੀਰ ਨੇ ਜਿਹੜੇ ਉਹ ਬਿਨਸਦੇ, ਐਸਾ ਨਹੀਂ। ਪਾਤਸ਼ਾਹ ਜੀ ਆਖਣ ਲੱਗੇ ਜਿਹੜੇ ਫਿਰ ਉਹਦਾ ਹੁਕਮ ਇਹ ਹੈ, ਨਿਯਮ ਉਹਦਾ ਇਹ ਹੈ ਕਿ ਜਿਹੜੇ ਉਹਦੇ ਹੁਕਮ ਵਿੱਚ ਨਹੀਂ ਹੋਣਗੇ ਉਹ ਆਤਮਿਕ ਮੌਤੇ ਮਰਨਗੇ, ਮੰਨਗੇ, ਭਟਕਦੇ ਫਿਰਨਗੇ। ਕਿ ਜਿਹੜੇ ਨਹੀਂ ਹੁੰਦੇ ਫਿਰ ਉਹ ਭਟਕਦੇ ਰਹਿੰਦੇ, ਭਾਵ ਕਿ ਉਹ ਮਰੇ ਹੁੰਦੇ ਨੇ ਆਪਣੇ ਅੰਦਰੋਂ। ਇਸ ਕਰਕੇ ਪਰ ਉਹ ਜੀਵਾਂ ਸਾਰਿਆਂ ਦੇ ਅੰਦਰ ਵੀ ਹੁੰਦਾ ਹੈ, ਬਾਹਰ ਭਾਵੇਂ ਕੋਈ ਚੰਗਾ ਹੈ ਭਾਵੇਂ ਕੋਈ ਮਾੜਾ ਹੈ, ਉਹਨਾਂ ਦੇ ਅੰਦਰ ਵੀ ਉਹਦੀ ਜੋਤ ਵਰਤਦੀ ਹੈ ਤੇ ਬਾਹਰ ਵੀ ਉਹਦੀ ਹੀ ਜੋਤ ਜਿਹੜੀ ਹੈ ਉਹ ਵਰਤਦੀ ਹੈ। ਨਾਨਕ ਪ੍ਰਭ ਸ਼ਰਨਾਗਤੀ, ਸਰਬ ਘਟਾਂ ਕੇ ਨਾਥ।
ਨਾਥ ਤੋਂ ਭਾਵ ਹੈ ਨਾਥ, ਉਸ ਮਾਲਕ ਜੀ ਨੂੰ ਆਖਿਆ ਗਿਆ ਹੈ ਕਿ ਹੇ ਨਾਨਕ ਅਰਦਾਸ ਕਰ ਤੇ ਆਖੀ ਹੈ ਪ੍ਰਭੂ ਸਭ ਜੀਵਾਂ ਦੇ ਖਸਮ, ਨਾਥ ਤੋਂ ਭਾਵ ਖਸਮ, ਮੈਂ ਤੇਰੀ ਸ਼ਰਨ ਆਇਆ ਹਾਂ, ਮੈਨੂੰ ਆਪਣੇ ਨਾਮ ਦੀ ਦਾਤ ਦੇ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਕੇ ਹੈ ਨਿਵਾਜਨਾ ਕਰ। ਸਰਬ ਘਟਾਂ ਕੀ ਨਾਥ, ਘਟਾਂ ਤੋਂ ਭਾਵ ਸਰੀਰ ਜੀਵ ਨੇ ਜਿਹੜੇ। ਸ੍ਰੀ ਰਾਗ ਮਹਿਲਾ ਪੰਜਵਾਂ। ਸ਼ਰਨ ਪਏ ਪ੍ਰਭ ਆਪਣੇ, ਗੁਰ ਹੋਆ ਕਿਰਪਾਲ। ਪਾਤਸ਼ਾਹ ਜੀ ਆਖਣ ਲੱਗੇ ਜਿਸ ਮਨੁੱਖ ਦੇ ਉੱਤੇ ਫਿਰ ਗੁਰੂ ਦਇਆਵਾਨ ਹੁੰਦਾ ਹੈ, ਗੁਰੂ ਕਿਰਪਾ ਕਰਦਾ ਹੈ, ਉਹ ਆਪਣੇ ਪ੍ਰਮਾਤਮਾ ਦੀ ਸ਼ਰਨ ਪੈਂਦਾ ਹੈ। ਭਾਵ ਕਿ ਉਹ ਹੀ ਫਿਰ ਗੁਰੂ ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜਦਾ ਹੈ ਜਿਹਦੇ ਉੱਤੇ ਗੁਰੂ ਕਿਰਪਾ ਕਰਦਾ ਹੈ। ਸੋ ਅਸੀਂ ਗੁਰੂ ਦੀ ਕਿਰਪਾ ਹਾਸਲ ਕਰਨੀ ਹੈ। ਉਹ ਤਦੇ ਹਾਸਲ ਹੋਏਗੀ, ਉਦੋਂ ਹੀ ਹਾਸਲ ਹੋਏਗੀ ਜਦੋਂ ਅਸੀਂ ਗੁਰੂ ਦੇ ਹੁਕਮ ਵਿੱਚ ਹੋਵਾਂਗੇ, ਜਦੋਂ ਗੁਰੂ ਜਿਹੜਾ ਹੈ ਉਹ ਖੁਸ਼ ਹੋਏਗਾ। ਸਤਿਗੁਰ ਕੈ ਉਪਦੇਸਿਐ, ਬਿਨਸੇ ਸਰਬ ਜੰਜਾਲ। ਸਤਿਗੁਰੂ ਸੱਚੇ ਗੁਰੂ ਦੇ ਉਪਦੇਸ਼ ਨਾਲ ਹੀ, ਉਪਦੇਸ਼ ਦੀ ਬਰਕਤ ਨਾਲ ਮਨੁੱਖ ਦੇ ਮਾਇਆ ਮੋਹ ਵਾਲੇ ਜਿਹੜੇ ਸਾਰੇ ਜੰਜਾਲ ਨੇ ਉਹ ਨਾਸ਼ ਹੋ ਜਾਂਦੇ ਹਨ, ਖਤਮ ਹੋ ਜਾਂਦੇ ਹਨ, ਬਿਨਸ ਜਾਂਦੇ ਹਨ। ਅੰਦਰ ਲੱਗਾ RAM ਨਾਮ, ਅੰਮ੍ਰਿਤ ਨਦਰ ਨਿਹਾਲ। ਅੰਦਰ ਤੋਂ ਭਾਵ ਹੈ, ਸਤਿਗੁਰੂ ਪਾਤਸ਼ਾਹ ਜੀ ਆਖ ਰਹੇ ਹਨ ਕਿ ਉਸ ਮਨੁੱਖ ਦਾ ਹਿਰਦਾ, ਅੰਦਰ ਦਾ ਭਾਵ ਹਿਰਦਾ ਇੱਥੇ ਔਂਕੜ ਦੇ ਨਾਲ ਹੈ। ਬਹੁਤੀ ਵਾਰ ਤੁਸੀਂ ਅੰਦਰ ਸ਼ਬਦ ਵੇਖੋਗੇ ਉਸ ਸਿਹਾਰੀ ਨਾਲ ਹੀ ਆਏਗਾ, ਪਰ ਇੱਥੇ ਨਾਮ ਦੇ ਰੂਪ ਵਿੱਚ ਆਇਆ ਹੈ, ਨਾਮ ਦੇ ਰੂਪ ਵਿੱਚ, ਕਿ ਇਹਨੂੰ ਔਂਕੜ ਜਿਹੜਾ ਹੈ ਇੱਕ ਵਚਨ ਪੁਲਿੰਗ ਦੇ ਰੂਪ ਵਿੱਚ, ਕਿ ਅੰਦਰ ਤੋਂ ਭਾਵ ਹਿਰਦਾ, ਕਿ ਉਸ ਦਾ ਹਿਰਦਾ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ। ਪ੍ਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਉਸ ਦਾ ਹਿਰਦਾ ਜਿਹੜਾ ਉਹ ਖੇੜ ਆਉਂਦਾ ਹੈ। ਭਾਵ ਕਿ ਉਹਦਾ ਜਿਹੜਾ ਮੁੱਖ ਮਨੋਰਥ ਹੁੰਦਾ ਹੈ ਨਾ, ਜਿਸ ਦੀ ਹਿਰਦੇ ਨੂੰ ਪਿਆਸ ਹੁੰਦੀ ਹੈ, ਉਹ ਪਿਆਸ ਉਹਦੀ ਪੂਰੀ ਹੋ ਜਾਂਦੀ ਹੈ ਤੇ ਉਹ ਆਤਮਿਕ ਆਨੰਦ ਦੇ ਰਾਹੀਂ ਖਿੜ ਪੈਂਦਾ, ਅੰਮ੍ਰਿਤ ਨਦਰ ਨਿਹਾਲ ਹੋ ਜਾਂਦਾ ਹੈ। ਮਨ ਮੇਰੇ ਸਤਿਗੁਰ ਸੇਵਾ ਸਾਰ, ਕਿਹੇ ਮੇਰੇ ਮਨ ਗੁਰੂ ਦੀ ਦੱਸੀ ਹੋਈ ਸੇਵਾ ਧਿਆਨ ਦੇ ਨਾਲ ਕਰ। ਭਾਵ ਗੁਰੂ ਦੀ ਦੱਸੀ ਹੋਈ ਸੇਵਾ ਦੀ ਸੰਭਾਲ ਕਰ। ਜਿਵੇਂ ਗੁਰੂ ਹੁਕਮ ਕਰਦਾ ਹੈ ਨਾ, ਉਵੇਂ ਹੈ ਜਿਹੜੀ ਸੇਵਾ ਸੰਭਾਲ ਉਹ ਕਰਨੀ ਕਰ। ਸਾਰ ਤੋਂ ਭਾਵ ਸੰਭਾਲ ਕਰਨੀ। ਕਰੇ ਦਇਆ ਪ੍ਰਭ ਆਪਣੀ, ਇੱਕ ਨਿਮਖ ਨ ਮਨੋ ਵਿਸਾਰ। ਰਹਾਉ ਪਾਤਸ਼ਾਹ ਜੀ ਆਖਣ ਲੱਗੇ ਇੱਕ ਨਿਮਖ ਨਾ ਮਨੋ ਵਿਸਾਰ। ਨਿਮਖ ਦਾ ਅਰਥ ਕੀ ਹੁੰਦਾ ਹੈ ਜੀ? ਅੱਖ ਝਮਕਣ ਜਿੰਨਾ ਸਮਾਂ, ਕਿ ਆਪਾਂ ਨੋਰਮਲ ਜੀਵਨ ਦੇ ਵਿੱਚ ਜਦੋਂ ਅੱਖਾਂ ਝਮਕਦੇ ਹਾਂ, ਕਿ ਇਸ ਤਰ੍ਹਾਂ ਕਰਕੇ ਜਦੋਂ ਵੀ ਆਪਾਂ ਅੱਖ ਝਮਕਦੇ, ਇੰਨਾ ਸਮਾਂ ਭਾਵ ਬਹੁਤ ਜ਼ਿਆਦਾ ਘੱਟ ਸਮਾਂ, ਕਿ ਪ੍ਰਮਾਤਮਾ ਨੂੰ ਅੱਖ ਦੇ ਫੋਰ ਜਿਤਨੇ ਸਮੇਂ ਵਾਸਤੇ ਵੀ ਆਪਣੇ ਮਨ ਤੋਂ ਨਾ ਭੁਲਾ, ਆਪਣੇ ਮਨ ਤੋਂ ਉਹਨੂੰ ਭੁੱਲਣ ਨਾ ਦੇ। ਇੱਕ ਨਿਮਖ ਨਾ ਮਨੋ ਵਿਸਾਰ, ਕਰੇ ਦਇਆ ਪ੍ਰਭ ਆਪਣੀ। ਕਿ ਜਿਹੜਾ ਮਨੁੱਖ ਫਿਰ ਇਹ ਉਦਮ ਕਰਦਾ ਹੈ ਕਿ ਉਹ ਮਾਲਕ ਭੁੱਲੇ ਨਾ, ਹਮੇਸ਼ਾ ਉਹਦੀ ਯਾਦ ਬਣੀ ਰਹੇ, ਫਿਰ ਮਾਲਕ ਉਸ ਉੱਤੇ ਆਪਣੀ ਮਿਹਰ ਕਰਦਾ ਹੈ, ਆਪਣੀ ਬਖਸ਼ਿਸ਼ ਕਰਦਾ ਹੈ। ਕਰੇ ਦਇਆ ਪ੍ਰਭ ਆਪਣੀ, ਉਹਦੇ ਉੱਤੇ ਫਿਰ ਉਹ ਦਇਆਵਾਨ ਹੁੰਦਾ ਹੈ। ਗੁਣ ਗੋਵਿੰਦ ਨਿਤ ਗਾਵੀਐ, ਅਵਗੁਣ ਕੱਟਣ ਹਾਰ।
ਪਾਤਸ਼ਾਹ ਜੀ ਆਖਣ ਲੱਗੇ ਕਿ हे ਭਾਈ, ਸਦਾ ਪ੍ਰਮਾਤਮਾ ਦੇ ਗੁਣ ਜਿਹੜੇ ਨੇ ਉਹ ਗਾਉਣੇ ਚਾਹੀਦੇ ਹਨ। ਪ੍ਰਮਾਤਮਾ ਦੇ ਗੁਣ ਸਾਰੇ ਔਗਣਾਂ ਨੂੰ ਕੱਟਣ ਦੀ ਸਮਰੱਥਾ ਰੱਖਦੇ ਨੇ ਕਿ ਉਸ ਮਾਲਕ ਦੇ ਪਾਸ ਐਸੀ ਤਾਕਤ ਹੈ ਕਿ ਜਿਹੜਾ ਵੀ ਉਹਦੇ ਗੁਣ ਧਾਰਨ ਕਰਦਾ ਹੈ, ਉਹਦੇ ਗੁਣਾਂ ਦੇ ਕਰਕੇ ਜੀਵਨ ਦੇ ਵਿੱਚੋਂ ਔਗਣ, ਮਾੜੇ ਕਰਮ, ਮਾੜੀਆਂ ਆਦਤਾਂ, ਉਹ ਸਾਰਾ ਕੁਝ ਖਤਮ ਹੋ ਜਾਂਦਾ ਹੈ। ਭਾਵ ਜਿਹੜੇ ਵੀ ਜੀਵਨ ਦੇ ਵਿੱਚ ਔਗਣ ਹੁੰਦੇ ਹਨ ਉਹ ਕੱਟੇ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਬਿਨ ਹਰ ਨਾਮ ਨਾ ਸੁਖ ਹੋਏ, ਕਰ ਡਿਠੇ ਬਿਸਥਾਰ। ਵਿਸਥਾਰ ਤੋਂ ਭਾਵ ਖਲਾਰਾ, ਵਿਸਥਾਰ ਜਿਹਨੂੰ ਕਹਿੰਦੇ ਨੇ ਕਿ ਮਾਇਆ ਦਾ ਜਿਹੜਾ ਜੰਜਾਲ ਹੈ, ਮਾਇਆ ਦਾ ਖਲਾਰਾ। ਪਾਤਸ਼ਾਹ ਜੀ ਆਖਣ ਲੱਗੇ ਅਸਾਂ ਮਾਇਆ ਦੇ ਅਨੇਕਾਂ ਖਲਾਰੇ ਕਰਕੇ ਜਿਹੜਾ ਹੈ ਉਹ ਵੇਖ ਲਿਆ ਹੈ ਕਿ ਮਾਇਆ ਦੇ ਅਧੀਨ ਹੋ ਕਰਕੇ ਵੇਖ ਲਿਆ ਕਿ ਇਹਦਾ ਖਲਾਰਾ ਬਹੁਤ ਹੈ। ਜਿੱਧਰ ਨੂੰ ਮਨੁੱਖ ਤੁਰਿਆ ਜਾਂਦਾ ਉਧਰ ਨੂੰ ਇਹ ਵੱਧਦੀ ਜਾਂਦੀ, ਉਧਰ ਨੂੰ ਅਗਾਂਹ ਦੀ ਅਗਾਂਹ। ਭਾਵ ਇਹ ਯਕੀਨ ਜਾਣੋ ਕਿ ਮਾਇਆ ਦੇ ਅਨੇਕਾਂ ਖਲਾਰਿਆਂ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਿਕ ਆਨੰਦ ਹੈ ਜਿਹੜਾ ਉਹ ਨਹੀਂ ਮਿਲਦਾ। ਕਿ ਜਿੰਨਾ ਕੋਈ ਮਰਜ਼ੀ ਮਨੁੱਖ ਹੈ ਉਹ ਮਾਇਆ ਦੇ ਵਿੱਚ ਜਿਹੜਾ ਹੈ ਵੱਜਿਆ ਹੋਵੇ, ਮਾਇਆ ਦੇ ਅਧੀਨ ਹੋਏ, ਮਾਇਆ ਦੇ ਅਧੀਨ ਹੋ ਕਰਕੇ ਕਰਮ ਕਰੇ, ਉਹ ਕਦੇ ਵੀ ਅੰਦਰ ਦਾ ਸੁੱਖ ਨਹੀਂ ਪ੍ਰਾਪਤ ਕਰ ਸਕਦਾ। ਭਾਵੇਂ ਉਹ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਕਿਉਂ ਨਾ ਬਣ ਜਾਏ, ਪਰ ਉਹਨੂੰ ਅੰਦਰ ਦੀ ਸ਼ਾਂਤੀ ਉਦੋਂ ਤੱਕ ਨਹੀਂ ਆ ਸਕਦੀ। ਸਤਿਗੁਰੂ ਜੀ ਆਖਣ ਲੱਗੇ ਜਦੋਂ ਤੱਕ ਉਹ ਉਸ ਮਾਲਕ ਦੀ ਰਜ਼ਾ ਵਿੱਚ ਨਹੀਂ ਹੁੰਦਾ, ਜਦੋਂ ਤੱਕ ਉਸ ਮਾਲਕ ਦੇ ਨਾਮ ਦੇ ਨਾਲ ਨਹੀਂ ਜੁੜਦਾ ਹੈ। ਸਹਿਜੇ ਸਿਫਤੀ ਰਤਿਆ, ਭਵ ਜਲ ਉਤਰੇ ਪਾਰ। ਪਾਤਸ਼ਾਹ ਜੀ ਆਖਣ ਲੱਗੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਪਿਆਰ ਪਾਇਆ, ਪ੍ਰੇਮ ਕੀਤਿਆਂ ਜੀਵ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ। ਸਤਿਗੁਰੂ ਜੀ ਨੇ ਸ਼ਬਦ ਵਰਤਿਆ ਹੈ ਭਵ ਜਲ। ਭਵ ਤੋਂ ਭਾਵ ਸੰਸਾਰ, ਜਲ ਤੋਂ ਭਾਵ ਪਾਣੀ। ਕੀ ਸੰਸਾਰ ਇੱਕ ਸਮੁੰਦਰ ਦੀ ਤਰ੍ਹਾਂ ਹੈ। ਜਾਂ ਸਤਿਗੁਰੂ ਜੀ ਸ਼ਬਦ ਵਰਤੇ ਨੇ ਭਉ ਜਲ, ਇੱਥੇ ਵਾਵਾ ਹੈ, ਕਈ ਥਾਵਾਂ ਤੇ ਊੜਾ ਹੈ। ਭਵਜਲ ਅਤੇ ਭਉਜਲ ਇਹਨਾਂ ਦਾ ਅਰਥ ਇੱਕੋ ਹੀ ਹੈ, ਭਾਵ ਇਹ ਸੰਸਾਰ ਸਮੁੰਦਰ। ਤੀਰਥ ਵਰਤ ਲਖ ਸੰਜਮਾ, ਪਾਈਐ ਸਾਧੂ ਧੂਰ। ਪਾਈਐ ਸਾਧੂ ਧੂਰ, ਸਾਧੂ ਤੋਂ ਭਾਵ ਗੁਰੂ। ਪਾਤਸ਼ਾਹ ਜੀ ਆਖਣ ਲੱਗੇ ਹੈ ਭਾਈ, ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨੀ ਚਾਹੀਦੀ ਹੈ। ਕਿਉਂਕਿ ਸ਼ਬਦ ਪਾਈਐ ਹੈ ਕਿ ਪ੍ਰਾਪਤ ਕਰਨੀ ਚਾਹੀਦੀ ਹੈ। ਚਰਨਾਂ ਦੀ ਧੂੜ ਤੋਂ ਭਾਵ ਹੈ ਗੁਰੂ ਦੀ ਸੰਗਤ ਕਰਨੀ ਚਾਹੀਦੀ ਹੈ। ਐਸਾ ਨਹੀਂ ਕਿ ਹੁਣ ਜਿਸ ਪੀੜੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸੁਭਾਏ ਮਾਨ ਨੇ, ਹੁਣ ਪੀੜੇ ਦੇ ਨਾਲ ਜਾਂ ਪੀੜੇ ਦੇ ਥੱਲੇ ਕੋਈ ਧੂੜੀ ਪਈ ਤੇ ਉਹ ਚੁੱਕ ਕੇ ਜਿਹੜੀ ਉਹ ਲੈ ਜਾਣੀ, ਐਸਾ ਨਹੀਂ ਹੈ। ਜਦੋਂ ਗੱਲ ਚਰਨਾਂ ਦੀ ਆਏਗੀ, ਸੰਗਤ ਦੇ ਚਰਨਾਂ ਦੀ ਗੱਲ ਆਏਗੀ ਜਾਂ ਗੁਰੂ ਦੇ ਚਰਨਾਂ ਦੀ ਗੱਲ ਆਏਗੀ ਜਾਂ ਉਸ ਮਾਲਕ ਪ੍ਰਮਾਤਮਾ ਦੇ ਚਰਨਾਂ ਦੀ ਗੱਲ ਆਏਗੀ, ਉਹਦਾ ਭਾਵ ਇਹ ਹੋਏਗਾ ਕਿ ਨਿਮਾਣਾ ਹੋ ਕੇ ਜੋ ਹੁਕਮ ਗੁਰੂ ਕਰ ਰਿਹਾ ਹੈ, ਮਾਲਕ ਕਰ ਰਿਹਾ ਹੈ, ਉਹਨੂੰ ਮੰਨ। ਇਹਦਾ ਮਤਲਬ ਇਹ ਨਹੀਂ ਕਿ ਪਹਿਲਾਂ ਸੰਗਤ ਦੀ ਧੂੜ ਦੀ ਗੱਲ ਹੋਈ ਕਿ ਸੰਗਤ ਲੰਘੀ ਸਾਰੀ ਹੁਣ ਝਾੜੂ ਮਾਰੋ ਤੇ ਉੱਥੋਂ ਮਿੱਟੀ ਇਕੱਠੀ ਕਰ ਲਓ, ਐਸਾ ਨਹੀਂ। ਇਹਦੇ ਨਾਲ ਤੂੰ ਪਾਰ ਨਹੀਂ ਹੋ ਸਕਦਾ, ਇਹਦੇ ਨਾਲ ਤੈਨੂੰ ਪਤਾ ਨਹੀਂ ਲੱਗਣਾ ਤੇਰੇ ਜੀਵਨ ਦਾ ਮਨੋਰਥ ਕੀ ਹੈ। ਹਾਂ, ਕੁਝ ਮੇਰੇ ਵਰਗੇ ਵਿਖਾਵਾ ਜ਼ਰੂਰ ਕਰ ਲੈਂਦੇ, ਪਰ ਐਸਾ ਵੀ ਨਹੀਂ, ਸੱਚੇ ਨਹੀਂ। ਬਹੁਤ ਸੱਚੇ ਵੀ ਨੇ ਜਿਹੜੀ ਸੱਚੀ ਭਾਵਨਾ ਦੇ ਨਾਲ ਨਿਮਰਤਾ ਦੇ ਵਿੱਚ ਆ ਕੇ ਸੰਗਤ ਦੇ ਜੋੜੇ ਝਾੜਨੇ ਚਾਹੀਦੇ ਨੇ। ਝਾੜਨੇ ਵੀ ਨੇ, ਇਹ ਨਹੀਂ ਕਿ ਅੱਜ ਤੋਂ ਬਾਅਦ ਬੰਦ ਕਰ ਦੇਣੇ, ਐਸਾ ਨਹੀਂ ਹੈ। ਕਹਿਣ ਤੋਂ ਭਾਵ ਹੈ ਕਿ ਆਪਣੇ ਮਨ ਨੂੰ ਨੀਵਾਂ ਕਰਨਾ ਕਿ ਮੈਂ ਕੋਈ ਬਹੁਤਾ ਵੱਡਾ ਨਹੀਂ ਹਾਂ, ਮੈਂ ਤੇ ਸੰਗਤ ਦੇ ਜੋੜੇ ਝਾੜਨ ਵਾਲਾ, ਭਾਵ ਬਹੁਤ ਨੀਵਾਂ ਮੈਂ, ਮੇਰੇ ਕੋਲ ਕੁਝ ਨਹੀਂ ਹੈ। ਇਸ ਕਰਕੇ ਜੋ ਗੁਰੂ ਆਖਦਾ ਹੈ, ਜਿਹਦੇ ਜੋੜੇ ਝਾੜਨ ਤੋਂ ਭਾਵ ਹੈ ਕਿ ਜੋ ਆਖੇਗਾ ਮੈਂ ਉਹ ਮੰਨਾਂਗਾ, ਇਹਦਾ ਭਾਵ ਇਹ ਹੈ। ਬੜਾ ਸੋਹਣਾ ਸਿਧਾਂਤ ਸਤਿਗੁਰੂ ਜੀ ਨੇ ਬਖਸ਼ਿਆ ਹੈ ਜੋੜੇ ਝਾੜਨ ਦਾ ਅਤੇ ਝੂਠੇ ਬਰਤਨ ਸਾਫ਼ ਕਰਨ ਦਾ। ਸੇਵਾ ਕੋਈ ਵੱਡੀ ਛੋਟੀ ਨਹੀਂ ਹੁੰਦੀ,
पर इस करके महानता दिती जाती है कि अपने मन नूं नीवां कर, क्योंकि बर्तन वही साफ कर सकता है झूठे जिहड़ा अपने कपड़े दा, अपने तन ते पाए कपड़ियां दा, अते इंज कह लीए कि झूठ नूं जिहड़ा साफ वही कर सकदा जिहड़ा अंदरों नीवां होएगा। नहीं दूजा मेरे वर्गा कि ना ना मेरे तो कपड़े ही बड़े महंगे पाए आ, बूट खराब हो जाणगे, मेरे कपड़े खराब हो जाणगे, नहीं कर सकदा। ਉਹਦੇ ਲਈ ਮਨ ਨੂੰ ਨੀਵਾਂ ਕਰਨਾ ਪਏਗਾ। ਕੋਈ ਗੱਲ ਨਹੀਂ, ਅੱਜ ਹੀ ਸੇਵਾ ਦਾ ਮੌਕਾ ਹੈ। ਜੋੜਿਆਂ ਦੀ ਗੱਲ ਆਉਂਦੀ ਹੈ ਕਿ ਜੋੜੇ ਵੀ ਉਹੀ ਸਾਫ਼ ਕਰ ਸਕਦਾ ਹੈ, ਉਹੀ ਫੜ ਸਕਦਾ ਕਿਸੇ ਦੇ ਲਿਬੜੇ ਤਿਲਬੜੇ ਜੋੜੇ ਤੇ ਉਹ ਜਿਹਦਾ ਮਨ ਨੀਵਾਂ ਨਹੀਂ ਤੱਕਦਾ। ਮੈਂ ਥੋੜਾ ਤੇਰੇ ਜੁੱਤੀਆਂ ਚੁੱਕਦਾ ਫਿਰੂੰਗਾ, ਐਸਾ ਨਹੀਂ ਹੈ। ਜਿਹਦਾ ਮਨ ਨੀਵਾਂ ਉਹੀ ਸੇਵਾ ਕਰਦਾ। ਕਰਨੀ ਵੀ ਹੈ ਕਿ ਸਾਡਾ ਮਨ ਨੀਵਾਂ ਰਹੇ। ਇਹਨੂੰ ਕਹੇ ਤੇਰੀ ਕੋਈ ਔਕਾਤ ਨਹੀਂ ਹੈ, ਤੂੰ ਸਿਰਫ ਜੋੜਿਆਂ ਵਾਸਤੇ ਹੈ। ਭਾਵ ਕਿ ਆਪਣੇ ਮਨ ਨੂੰ ਨੀਵਾਂ ਕਰ ਕਿ ਆ ਜੋੜਿਆਂ ਦੇ ਥੱਲੇ ਰਹਿ, ਆਪਣੇ ਮਨ ਨੂੰ ਇੰਨਾ ਨੀਵਾਂ ਕਰਨਾ ਹੈ, ਕਿਉਂਕਿ ਮਨ ਨੀਵਾਂ ਹੁੰਦਾ ਨਹੀਂ ਸੌਖਾ ਜਾ। ਤੇ ਬੜਾ ਸੋਹਣਾ ਸਿਧਾਂਤ ਸਤਿਗੁਰੂ ਜੀ ਨੇ ਬਖਸ਼ਿਆ। ਦੁਨੀਆ ਦੇ ਵਿੱਚ ਕਿਤੇ ਵੀ ਤੁਹਾਨੂੰ ਜੋੜਿਆਂ ਦਾ ਇੰਨਾ ਪ੍ਰਬੰਧ ਨਹੀਂ ਮਿਲੇਗਾ। ਕੋਈ ਭਾਵੇਂ ਧਾਰਮਿਕ ਸਥਾਨ ਹੋਵੇ, ਜਿੱਥੇ ਗੁਰਦੁਆਰਾ ਹੋਏਗਾ, ਗੁਰੂ ਦਾ ਘਰ ਹੋਏਗਾ, ਜੋੜਿਆਂ ਦਾ ਤੁਹਾਨੂੰ ਪ੍ਰਬੰਧ ਮਿਲੇਗਾ। नहीं तो बहुत सारिया थावां ते जिथे मर्जी जाके वेख लियो, जोड़ा ला के अंदर जाओ, आउंदियां नूं तुहाडा कई बार जोड़ा ही नहीं लभदा। दूजी गल बर्तन साफ करन दी, बहुतियां थावां ते तुहानूं इह भी चीज़ नहीं मिलेगी। जां ते उत्थे रेडीमेड होणगे, जां जिहड़े बर्तन धोण वाले होणगे उन्हां नूं किराए ते लिआंदा होएगा कि इह भांडे तुसीं साफ करने। पर गुरु नानक साहब पातशाह जी कई बार बड़ा शुक्र करीदा कि मालका शुक्र है कि तू सिखां दे घर जन्म दिता है, कि असी बड़े सौखे हैं। जे असी किते होर किते जम पैंदे ते पता नहीं सानू किहड़ियां किहड़ियां मारां पैणीआं सी। पर शुक्र है तू आज़ादी दे नाल है जिहड़ा वो इन्हां वहमां भरमां तो उच्चे उठ के ते अपने नाम विच जोड़िया। बड़ा शुक्र है तेरा। भावें कई बार कुछ मनमुख लोकां दे करके मन दुखी भी हुंदा है कि छड्डिए किसी होर पासे हो जाइए, पर फिर चेता आखीदा कि नहीं, गुरु नानक नूं अपनी बांह फड़ाई है। इस तरह ने हुण जिधर वो लैके जाएगा उधर ही जाना है। दुनिया का की है, वो अपना कारज करदी रहिंदी। इस करके हमेशा ही उहदे हुक्म दे विच, उहदे शब्द दे नाल जुड़ के रहना है। खैर सतगुरु जी रहमत करन। पातशाह जी आखन लगे, तीरथ वर्त लख संजमा पाईए साधु धूर, कि गुरु दे चरनां दी धूड़ प्राप्त करनी चाहिदी है। उहदे विचों प्राप्त की हुंदा है कि उहदे विचों ही तीर्थां दे इशनान, यही है वर्त रखने। कि वर्त भी इहो ही है, गुरु दे हुक्म नूं मनना, गुरु दे चरनां विच रहना, यही वर्त है, यही तीर्थां दा इशनान है, यही इंद्रियां नूं वस करन दे लख उद्यमां नूं भाव जिन्हां दे नाल वो मालक वस विच नहीं आउंदा। ये सारा कुछ उहदे नाम विच ही है, भाव गुरु दे हुक्म विच ही है। सब कुछ उत्थों ही प्राप्त हुंदा है। तीर्थ वर्त लख संजमा, संजमा तो भाव रोकां रखणियां। हुण इत्थे एक गल सतगुरु जी होर क्लीयर करके वर्त रख के, वर्त दी गल करके कि हुण वर्त दे नाल किसी दी, क्योंकि बहुती बार यही हुंदा ना कि इन्ने वार इन्ने आ दिन रखण दे नाल वर्त दे नाल उम्र लंबी हो जाती है। याद रखियो, मालक दा हुक्म वर्तां नाल नहीं बदलदा कदे। जिस दिन उन्हें लेख लिखिया है ना कि आ सवास तेरा अखीरला होएगा, फिर भावें सारी दुनिया उस मनुख दे वास्ते वर्त रख ले, नहीं बदल सकता। ये बड़े वहम भरम ने जिहड़े लंबे समय तो चलते आ रहे हैं। बड़े तरीके दे नाल है जिहड़ा इहदे विचों सानू ठग्गिया भी जा रहा, माइक तौर ते भी ते सानू बुद्धि दे तौर ते भी, कि टिके रहण इत्थे। खैर एक वखरा विषय है, समा अपने कोल थोड़ा है, फिर किते समा मिलिया ते आपां विचार करांगे। पातशाह जी आखण लगे, ये सब कुछ है वर्त इशनान ते ये जिहड़ियां लख संजम भाव रोकां आदि ने वस विच करन दियां, ये सब कुछ गुरु दे चरनां चों प्राप्त हुंदा है। बाहर ना जा, एवें बाहरी तौर ते ना तुरिया फिर, किते वर्त रखण दी गल है, किते रखड़ियां बन्नण दी गल है, किते होर कुछ है। क्योंकि आउण वाले दिनां च आ रिहा ना
कि धन गुरु नानक साहब पातशाह जी ने जिधरों मोड़िया सी उधर नूं सिख फिर तुर पे ने कि इत्थों तक कि मूर्तां बना छड्डियां गुरु नानक साहब जी दी कि देखो भैन नानक की रखड़ी बन रही है। वाह जी वाह, क्या बात है। कि तुहानूं पता गुरु नानक साहब इहो ਜਿਹੇ सी, वेख्या किसी ने गुरु नानक साहब जी नूं जां रखड़ी बन्नदे? बहुते ऐसे भी इत्थे आउणगे कि जिहड़े सवेरे शाम अगे पिछे, क्योंकि कई थावां ते ਪਹਿਲਾਂ भी गुरु घर सेवा करन दा मौका प्राप्त होया, उत्थे विचार करके उठना, उदों किसी ने ना बनना। पर जदों दरबार वेला हो जाना, बहुतियां मेरियां भैणां बीबियां ने आउणा, जां तां सामने इत्थे जंगले नाल बन जाणियां, जां वेख के आसा पासा ते गुरु पातशाह जी दे पीढ़े नूं बन जाणियां। भाई गुरु रखिया इदां नहीं करदा। ਇਹ थोड़ा तू बाहर जाके चुगली निंदा ते माड़े काम करें ते इस धागे दे नाल गुरु तेरे नाल आ खलोता, कोई गल नहीं मैं बख्श लूंगा, चल तू, इदां नहीं। कहण तो भाव है कि धागे दे नाल कदे इस तरह मसले हल नहीं हुंदे। खैर आपां आउण वाले दिनां दे विच इस दी विचार करांगे कि की इतिहास है, की लोड़ सी ते अज इहदा सरूप की है। पातशाह जी समझाउणा कर रहे हन। लूक कमावै किस ते जां वेखै सदा हदूर। लूक तो भाव लुक के, पातशाह जी आखन लगे कि वो मालक है ना जिहड़ा, जिहड़े जीव मेरे अर्गे चलाक बंदे आंदे कि लुक के आ काम कर लईए, कि सब जीवां दे लुकवें जिहड़े कीते काम हुंदे ने कि वो किसी नूं नहीं दसदे, सिर्फ उन्हां नूं पता हुंदा है। भावें वो अपने मन नाल करन, भावें वो किसी तो लुका के करन कि अज मैं आ कर रहा कि किसी नूं पता ही नहीं है। पातशाह जी आखण लगे जिहड़े लुक के काम करदे है ना, कर्म करदे जीव, मालक उन्हां नूं ही जाणदा है। लोक कमावै किस ते, भाव जीवां दे अंग संग रह के सदा उन्हां दे लुकवें काम भी वो वेखदा है, उत्थे भी वो वेखदा हुंदा है। पर मनुख वो कहता कि मैनू तो कित्थे है, नहीं वेखदा। इवन कि इत्थों तक मैं एक गल होर करदा जावां कि कई बार गुरु हजूरी दे विच बैठ के भी बहुत जिन्हें ने वो एक दूजे दे नाल गलबात करते नज़र आ जाते हैं कि कोई गल नहीं, गलबात कर लगे कि आ बंदा इदां, आ बंदा इदां, आ इदां, आ इदां। गुरु दे सामने बैठ के करी जाते, बाहर जाके तो करना ही करना। पर मालक हर थां ते हाजिर नाजर है, वो सब जीवां दे अंदर बैठा है। जिन्ना को मर्जी लुको के कर ले, वो तो अंदर ही बैठा है ना। वो तो उस दिन ही, जिस दिन अंदरों निकलेगा उस दिन फिर तू उठदा नहीं, तू तुरदा नहीं, तू फिर मिट्टी दी ढेरी हो जाएगा उस दिन। इस करके जितना चिर सवास ने समझ लेना कि मालक अंदर ही है। फिर भी सतगुरु जी आखन लगे कि लुक के काम करते ने, उन्होंने वेखदा, पर फिर भी कई मूर्ख मनुख ने जिहड़े वो किस तो लुक के मंद कर्म करता है, भाव परमात्मा ते हर थां ते व्यापक है। हुण मूर्ख आख्या सतगुरु जी ने कि हुण मूर्ख बंदा समझदा ही नहीं कि रब मेरे अंदर है, मैं फिर भी आखदा कि मैं लुक के कोई मंदा कर्म कर लवां। थान थनंतर रव रहिया प्रभ मेरा भरपूर। भाव की थान थनंतर, हर थां दे उत्ते वो मालक है जिहड़ा भरपूर, कि हर थां ते व्यापक है, सब थावां ते वो वसिया होया है। सच पातशाही अमर सच, सच्चे सच्चा थान। अमर सच तो भाव है, अमर का अर्थ है हुक्म, कि उहदा हुक्म भी सच्चा है। पातशाह जी आखन लगे कि परमात्मा की पातशाही सदा ही कायम रहने वाली है, वो सदा ही उहदी पातशाही कायम है। परमात्मा का हुक्म भी जिहड़ा है अमर सच, कि उहदा हुक्म भी अटल है अते सदा स्थिर रहने वाले परमात्मा का थां भी सदा जिहड़ा है वो कायम रहने वाला है। वो हमेशा ही जीवां दे अंदर वसिया है ते आने वाले समय के अंदर भी वसदा ही रहेगा। कोई टिकाणा उहदा बदल नहीं सकता, कोई उहदी पातशाही नूं चैलेंज नहीं कर सकता, कोई उहदे हुक्म नूं मोड़ नहीं सकता।
सची कुदरत धारियन सच सिरजियोन जहान। सिरजियोन ऊड़े का मूँह खुला है, इहदा भाव है इहदे ऊड़े दे उत्ते होड़ा है। सिरजियोन सच्ची कुदरत धारियन कि उस मालक परमेश्वर ने जिहड़ा अटल कुदरत रची हुई है, सच्ची कुदरत है जिहड़ी वो रची हुई है अते ये सारा जगत जिहड़ा है उहदा ही पैदा किया होया है। सतगुरु पातशाह जी इस तरह के सच सिरजियो जहान, ये जगत जहान भी उहदा ही सिरजिया होया। नानक जपिए सच नाम हों सदा सदा कुर्बान। पातशाह जी आखन लगे उस सदा स्थिर रहन वाले परमात्मा का नाम ही सिमरना चाहिदा है, ध्याना चाहिदा है। ही नानक आख मैं उस तो सदा ही सदके जांदा हाँ, सदा ही बलिहार जांदा हाँ। सतगुरु जी रहमत करन कि असीं भी उस मालक की जोत नूं, उस परमेश्वर दी अंश नूं है जिहड़ा वो अपने अंदर पछाणीए ਅਤੇ ਲੁਕ ਲੁਕ ਕੇ ਮਾੜੇ ਕਰਮ ਨਾ ਕਰੀਏ कि आ मेरी जान पछाणदा है जां मेरे धड़े दा मनुख है वो बेगाना मनुख है। ऐसा ना, नफरत की भावना नहीं, प्रेम की भावना अपने अंदर है जिहड़ी वो प्रगट करिए। होईयां भुल्लां दी खिमा। फतेह प्रवान करो जी। वाहिगुरू जी का खालसा वाहिगुरू जी की फतेह। राम